प्यारे बच्चों सारिਆਂ ਨੂੰ नमस्कार सत श्री अकाल। बच्चों ਅੱਜ मैं भारत ਦੀ सैर ਕਰਨ ਜਾ ਰਿਹਾ ਹਾਂ ਤੇ मैं ਤੁਹਾਨੂੰ ਵੀ ਇਸ ਸੈਰ ਲਈ ਇਨਵਾਈਟ ਕਰਦਾ ਹਾਂ। ਬੱਚਿਓ मैं ਹਾਂ ਤੁਹਾਡਾ ਆਪਣਾ ਦਵਿੰਦਰ ਸ਼ਰਮਾ ਸਮਾਜਿਕ ਵਿਗਿਆਨ ਅਧਿਆਪਕ ਜ਼ਿਲ੍ਹਾ ਕਪੂਰਥਲਾ ਤੋਂ ਚਲੋ ਨਕਸ਼ੇ ਰੂਪੀ ਜਹਾਜ਼ ਵਿੱਚ ਆਪਾਂ ਸਾਰੇ ਮਿਲ ਕੇ ਇਸ ਜਹਾਜ਼ ਨੂੰ ਟੇਕ ਆਫ ਕਰਦੇ ਹਾਂ ਅਤੇ ਭਾਰਤ ਦੀ ਸੈਰ ਕਰਦੇ ਹਾਂ। ਸਭ ਤੋਂ ਪਹਿਲਾਂ ਬੱਚਿਓ ਆਪਾਂ ਭਾਰਤ ਦੇ ਉੱਤਰ ਦੇ ਵਿੱਚ ਜੋ ਜੰਮੂ ਕਸ਼ਮੀਰ ਹੈ ਜੋ ਕਿ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਆਪਾਂ ਇੱਥੇ ਚੱਲਦੇ ਹਾਂ। ਇੱਥੇ ਕੀ ਦੇਖਦੇ ਹਾਂ ਕਿ ਜੋ ਇਸ ਦੀ ਰਾਜਧਾਨੀ ਹੈ ਉਸ ਦਾ ਨਾਮ ਸ਼੍ਰੀਨਗਰ ਹੈ। ਇਸ ਤੋਂ ਬਾਅਦ ਬੱਚਿਓ ਅਗਲਾ ਜੋ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਇਸ ਦਾ ਨਾਮ ਲਦਾਖ ਹੈ ਅਤੇ ਇਸ ਦੀ ਰਾਜਧਾਨੀ ਲੇਹ ਹੈ। ਬੱਚਿਓ ਇਹਨਾਂ ਦੋਨਾਂ ਕੇਂਦਰ ਸ਼ਾਸਿਤ ਪ੍ਰਦੇਸ਼ ਹਨ, ਇਹਨਾਂ ਦਾ ਜਨਮ 31 ਅਕਤੂਬਰ 2019 ਦੇ ਵਿੱਚ ਹੋਇਆ ਹੈ। ਇਸ ਤੋਂ ਬਾਅਦ ਬੱਚਿਓ ਅਗਲੇ ਰਾਜ ਵਿੱਚ ਚੱਲਦੇ ਹਾਂ। ਇਸ ਦਾ ਨਾਮ ਹਿਮਾਚਲ ਪ੍ਰਦੇਸ਼ ਹੈ ਅਤੇ ਇਸ ਦੀ ਰਾਜਧਾਨੀ ਦਾ ਨਾਮ ਸ਼ਿਮਲਾ ਹੈ। ਇਸ ਤੋਂ ਬਾਅਦ ਬੱਚਿਓ ਇੱਕ ਹੋਰ ਪਹਾੜੀ ਰਾਜ ਵਿੱਚ ਚੱਲਦੇ ਹਾਂ ਜਿਸ ਦਾ ਨਾਮ ਉੱਤਰਾਖੰਡ ਹੈ ਅਤੇ ਇਸ ਦੀ ਰਾਜਧਾਨੀ ਦਾ ਨਾਮ ਬੱਚਿਓ ਦੇਹਰਾਦੂਨ ਹੈ। ਇਸ ਤੋਂ ਬਾਅਦ ਬੱਚਿਓ ਆਪਾਂ ਆਪਣੇ ਪ੍ਰਾਂਤ ਪੰਜਾਬ ਨੂੰ ਫਿਰ ਮੁੜਦੇ ਹਾਂ ਅਤੇ ਦੇਖਦੇ ਹਾਂ ਕਿ ਸਾਡੀ ਰਾਜਧਾਨੀ ਜੋ ਹੈ ਸਾਨੂੰ ਪਤਾ ਹੈ ਉਸ ਦਾ ਨਾਮ ਚੰਡੀਗੜ੍ਹ ਹੈ। ਔਰ ਬੱਚਿਓ ਇਸ ਤੋਂ ਬਾਅਦ ਸਾਡਾ ਜੋ ਗੁਆਂਢੀ ਸੂਬਾ ਹੈ ਹਰਿਆਣਾ ਆਪਾਂ ਉੱਥੇ ਚੱਲਦੇ ਹਾਂ ਅਤੇ ਕੀ ਦੇਖਦੇ ਹਾਂ ਕਿ ਇਸ ਦੀ ਰਾਜਧਾਨੀ ਵੀ ਚੰਡੀਗੜ੍ਹ ਹੀ ਹੈ। ਇਸ ਤੋਂ ਅੱਗੇ ਬੱਚਿਓ ਅਸੀਂ ਦੇਖਦੇ ਹਾਂ ਇਹ ਹੈ ਸਾਡੇ ਦੇਸ਼ ਦੀ ਰਾਜਧਾਨੀ ਜਿਸ ਦਾ ਨਾਮ ਹੈ ਦਿੱਲੀ। ਇਸ ਦੇ ਨਾਲ ਹੀ ਜੋ ਭਾਰਤ ਦੀ ਜਨਸੰਖਿਆ ਦੇ ਅਨੁਸਾਰ ਸਭ ਤੋਂ ਵੱਡਾ ਰਾਜ ਉੱਤਰ ਪ੍ਰਦੇਸ਼ ਜਿਸ ਦੀ ਰਾਜਧਾਨੀ ਦਾ ਨਾਮ ਹੈ ਲਖਨਊ। ਇਸ ਤੋਂ ਬਾਅਦ ਬੱਚਿਓ ਇਸ ਦੇ ਨਾਲ ਹੀ ਜੋ ਇੱਕ ਪੂਰਬ ਦੇ ਵਿੱਚ ਸੂਬਾ ਹੈ ਜਿਸ ਦਾ ਨਾਮ ਬਿਹਾਰ ਹੈ ਔਰ ਇਸ ਦੀ ਰਾਜਧਾਨੀ ਦਾ ਨਾਮ ਬੱਚਿਓ ਪਟਨਾ ਹੈ। ਇਹ ਸੂਬਾ ਭਾਰਤ ਦੀ ਸਭ ਤੋਂ ਵੱਧ ਜਨਸੰਖਿਆ ਦੀ ਘਣਤਾ ਲੈ ਕੇ ਬੈਠਾ ਹੈ। ਇੱਥੇ 1 ਵਰਗ ਕਿਲੋਮੀਟਰ ਵਿੱਚ 1102 ਵਿਅਕਤੀ ਨਿਵਾਸ ਕਰਦੇ ਹਨ। ਇਸ ਤੋਂ ਬਾਅਦ ਇਸ ਦੇ ਨਾਲ ਜੋ ਅਗਲਾ ਸੂਬਾ ਹੈ ਇਸ ਦਾ ਨਾਮ ਹੈ ਝਾਰਖੰਡ ਔਰ ਇਸ ਦੀ ਰਾਜਧਾਨੀ ਦਾ ਨਾਮ ਰਾਂਚੀ ਹੈ। ਔਰ ਇਸ ਸੂਬੇ ਦੀ ਖਾਸੀਅਤ ਇਹ ਹੈ ਕਿ ਇੱਥੇ ਹਰ ਪ੍ਰਕਾਰ ਦੇ ਖਣਿਜ ਪਾਏ ਜਾਂਦੇ ਹਨ। ਕੋਲਾ, ਮੈਗਨੀਜ਼, ਤਾਂਬਾ, ਬੌਕਸਾਈਟ, ਜਿਹੜੇ ਮਰਜ਼ੀ ਤੁਸੀਂ ਖਣਿਜ ਦੀ ਗੱਲ ਕਰ ਲਓ ਇੱਥੇ ਪ੍ਰਾਪਤ ਹੁੰਦਾ ਹੈ। ਇਸ ਦੇ ਨਾਲ ਅਗਲਾ ਜੋ ਸੂਬਾ ਹੈ ਉਸ ਦਾ ਨਾਮ ਪੱਛਮੀ ਬੰਗਾਲ ਹੈ। ਇਸ ਦੀ ਰਾਜਧਾਨੀ ਦਾ ਨਾਮ ਕੋਲਕਾਤਾ ਹੈ। ਫਿਰ ਉੱਪਰ ਅਸੀਂ ਦੇਖਦੇ ਹਾਂ ਇਹ ਹੈ ਸਾਡਾ ਸਿੱਕਮ ਤੇ ਇਸ ਦੀ ਰਾਜਧਾਨੀ ਦਾ ਨਾਮ ਹੈ ਗੰਗਟੋਕ। ਇਸ ਤੋਂ ਬਾਅਦ ਇਹ ਹੈ ਅਰੁਣਾਚਲ ਪ੍ਰਦੇਸ਼, ਭਾਰਤ ਦਾ ਪੂਰਬ ਦਾ ਪ੍ਰਦੇਸ਼ ਔਰ ਇਸ ਦੀ ਰਾਜਧਾਨੀ ਦਾ ਨਾਮ ਹੈ ਈਟਾਨਗਰ। ਔਰ ਇਸ ਦੀ ਖੂਬੀ ਵੀ ਇਹ ਹੈ ਕਿ ਜਿਵੇਂ ਬਿਹਾਰ ਦੇ ਵਿੱਚ ਜਨਸੰਖਿਆ ਦੀ ਘਣਤਾ ਸਭ ਤੋਂ ਵੱਧ ਸੀ ਭਾਰਤ ਵਿੱਚੋਂ, ਇੱਥੇ ਜਨਸੰਖਿਆ ਦੀ ਘਣਤਾ ਸਾਰੇ ਭਾਰਤ ਵਿੱਚੋਂ ਸਭ ਤੋਂ ਘੱਟ ਹੈ। ਇੱਥੇ 1 ਵਰਗ ਕਿਲੋਮੀਟਰ ਵਿੱਚ ਸਿਰਫ 17 ਵਿਅਕਤੀ ਨਿਵਾਸ ਕਰਦੇ ਹਨ। ਇਸ ਤੋਂ ਬਾਅਦ ਇਹ ਜੋ ਸਟੇਟ ਹੈ ਇਸ ਦਾ ਨਾਮ ਅਸਾਮ ਹੈ। ਇਹ ਪੂਰੀ ਦੁਨੀਆ ਨੂੰ ਪੀਣ ਲਈ ਚਾਹ ਦਿੰਦਾ ਹੈ ਔਰ ਬੱਚਿਓ ਇਸ ਦੀ ਰਾਜਧਾਨੀ ਹੈ ਦਿਸਪੁਰ। ਇਸ ਤੋਂ ਬਾਅਦ ਇਹ ਮੇਘਾਲਿਆ ਹੈ ਔਰ ਇਸ ਦੀ ਰਾਜਧਾਨੀ ਦਾ ਨਾਮ ਸ਼ਿਲੌਂਗ ਹੈ। ਇੱਥੇ ਭਾਰਤ ਦੀ ਸਭ ਤੋਂ ਵੱਧ ਵਰਖਾ ਹੁੰਦੀ ਹੈ। ਇਸ ਤੋਂ ਬਾਅਦ ਇਹ ਜੋ ਅਗਲੀ ਸਟੇਟ ਹੈ ਇਸ ਦਾ ਨਾਮ ਨਾਗਾਲੈਂਡ ਹੈ ਔਰ ਇਸ ਦੀ ਰਾਜਧਾਨੀ ਦਾ ਨਾਮ ਹੈ ਬੱਚਿਓ ਕੋਹਿਮਾ। ਔਰ ਇਸ ਤੋਂ ਥੱਲੇ ਨੂੰ ਜਦੋਂ ਆਉਂਦੇ ਹਾਂ ਇਸ ਦਾ ਨਾਮ ਹੈ ਮਨੀਪੁਰ ਔਰ ਇਸ ਦੀ ਰਾਜਧਾਨੀ ਦਾ ਨਾਮ ਹੈ ਇੰਫਾਲ। ਔਰ ਸਭ ਤੋਂ ਥੱਲੇ ਇਹ ਹੈ ਮਿਜ਼ੋਰਮ ਔਰ ਇਸ ਦੀ ਰਾਜਧਾਨੀ ਦਾ ਨਾਮ ਹੈ ਆਈਜ਼ੋਲ। ਔਰ ਇਹ ਜੋ ਇੱਕ ਸਟੇਟ ਰਹਿ ਗਈ ਹੈ ਪੀਲੇ ਰੰਗ ਦੀ, ਇਸ ਸਟੇਟ ਦਾ ਨਾਮ ਹੈ ਤ੍ਰਿਪੁਰਾ ਔਰ ਇਸ ਦੀ ਰਾਜਧਾਨੀ ਦਾ ਨਾਮ ਹੈ ਅਗਰਤਲਾ। ਇਸ ਸਟੇਟ ਦੀ ਖੂਬੀ ਇਹ ਹੈ ਕਿ ਭਾਰਤ ਵਿੱਚ ਸਭ ਤੋਂ ਵੱਧ ਜੰਗਲ ਇੱਥੇ ਪਾਏ ਜਾਂਦੇ ਹਨ। ਇਸ ਤੋਂ ਬਾਅਦ ਇਹ ਰਿਹਾ ਪੂਰਬ ਦੱਖਣ ਵੱਲ ਓਡੀਸ਼ਾ ਔਰ ਇਸ ਦੀ ਰਾਜਧਾਨੀ ਹੈ ਭੁਵਨੇਸ਼ਵਰ। ਇਸ ਤੋਂ ਬਾਅਦ ਇਸ ਦੇ ਨਾਲ ਹੈ ਛੱਤੀਸਗੜ੍ਹ ਔਰ ਇਸ ਦੀ ਰਾਜਧਾਨੀ ਬੱਚਿਓ ਰਾਏਪੁਰ ਹੈ। ਇਸ ਤੋਂ ਬਾਅਦ ਇਹ ਹੈ ਆਂਧਰਾ ਪ੍ਰਦੇਸ਼, ਇਸ ਦੀ ਰਾਜਧਾਨੀ ਦਾ ਨਾਮ ਅਮਰਾਵਤੀ ਹੈ ਜੋ ਕਿ 2017 ਤੋਂ ਹੋਂਦ ਵਿੱਚ ਆਈ ਹੈ।
ਇਸ ਤੋਂ ਬਾਅਦ ਇਸ ਦੇ ਨਾਲ ਹੀ ਹੈ ਤੇਲੰਗਾਨਾ, ਜਿਸ ਦੀ ਰਾਜਧਾਨੀ ਹੈਦਰਾਬਾਦ ਹੈ। ਬੱਚਿਓ, ਤੇਲੰਗਾਨਾ ਪਹਿਲਾਂ ਆਂਧਰਾ ਪ੍ਰਦੇਸ਼ ਦਾ ਹੀ ਹਿੱਸਾ ਹੁੰਦਾ ਸੀ। 2014 ਵਿੱਚ ਇਹ ਹੋਂਦ ਵਿੱਚ ਆਇਆ ਹੈ। ਇਸ ਤੋਂ ਬਾਅਦ ਇਹ ਹੈ ਭਾਰਤ ਦਾ ਧੁਰ ਦੱਖਣ ਦਾ ਪ੍ਰਦੇਸ਼, ਜਿਸ ਦਾ ਨਾਮ ਹੈ ਤਾਮਿਲਨਾਡੂ ਅਤੇ ਇਸ ਦੀ ਰਾਜਧਾਨੀ ਦਾ ਨਾਮ ਹੈ ਚੇਨਈ। ਇੱਥੇ ਹੀ ਬੱਚਿਓ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਹੈ, ਜਿਸ ਦਾ ਨਾਮ ਪੁਡੂਚੇਰੀ ਹੈ। ਹੁਣ ਆਪਾਂ ਇਧਰਲੇ ਪਾਸੇ ਭਾਰਤ ਦਾ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਦੇਖਦੇ ਹਾਂ, ਜੋ ਕਿ ਸਮੁੰਦਰ ਦੇ ਵਿੱਚ ਹੈ। ਇਹ ਇੱਕ ਆਈਲੈਂਡ ਹੈ, ਇਸ ਦਾ ਨਾਮ ਹੈ ਅੰਡੇਮਾਨ ਨਿਕੋਬਾਰ ਦੀਪ ਸਮੂਹ ਔਰ ਇਸ ਦੀ ਰਾਜਧਾਨੀ ਦਾ ਨਾਮ ਬੱਚਿਓ ਹੈ ਪੋਰਟ ਬਲੇਅਰ। ਇਸ ਤੋਂ ਬਾਅਦ ਬੱਚਿਓ ਇਹ ਹੈ ਕੇਰਲ ਔਰ ਇਸ ਦੀ ਰਾਜਧਾਨੀ ਦਾ ਨਾਮ ਹੈ ਥਿਰੂਵਨੰਤਪੁਰਮ। ਔਰ ਹੁਣ ਅਸੀਂ ਅਰਬ ਸਾਗਰ ਦੇ ਵਿੱਚ ਦੇਖਦੇ ਹਾਂ। ਇਹ ਵੀ ਕੁੱਲ 25 ਦੀਪਾਂ ਦਾ ਇੱਕ ਸਮੂਹ ਹੈ। ਇਸ ਨੂੰ ਲਕਸ਼ਦੀਪ ਕਿਹਾ ਜਾਂਦਾ ਹੈ ਔਰ ਇਸ ਦੀ ਰਾਜਧਾਨੀ ਦਾ ਨਾਮ ਹੈ ਕਵਰਤੀ। ਔਰ ਫਿਰ ਅਸੀਂ ਦੇਖਦੇ ਹਾਂ ਇਹ ਹੈ ਕਰਨਾਟਕ ਔਰ ਇਸ ਦੀ ਰਾਜਧਾਨੀ ਦਾ ਨਾਮ ਬੰਗਲੁਰੂ ਹੈ ਬੱਚਿਓ। ਔਰ ਇਹ ਭਾਰਤ ਨੂੰ ਲੋਹਾ, ਕੋਲਾ ਅਤੇ ਸਭ ਤੋਂ ਮਹੱਤਵਪੂਰਨ ਸੋਨਾ ਜੋ ਹੈ ਉਹ ਵੀ ਦਿੰਦਾ ਹੈ। ਇੱਥੇ ਕੁਲਾਰ ਦੀਆਂ ਖਾਨਾਂ ਹਨ। ਇੱਥੇ ਕੁਲਾਰ ਅਤੇ ਹੱਟੀ ਦੀਆਂ ਖਾਨਾਂ ਹਨ, ਜਿੱਥੇ ਸੋਨੇ ਦਾ ਉਤਪਾਦਨ ਹੁੰਦਾ ਹੈ। ਇਹ ਹੈ ਛੋਟਾ ਜਿਹਾ ਇੱਕ ਹੋਰ ਪ੍ਰਦੇਸ਼, ਜਿਸ ਦਾ ਨਾਮ ਹੈ ਗੋਆ। ਇਹ ਭਾਰਤ ਦਾ ਖੇਤਰਫਲ ਦੇ ਹਿਸਾਬ ਨਾਲ ਸਭ ਤੋਂ ਛੋਟਾ ਪ੍ਰਦੇਸ਼ ਹੈ। ਇਸ ਦੀ ਰਾਜਧਾਨੀ ਦਾ ਨਾਮ ਹੈ ਪਣਜੀ ਔਰ ਇਹ ਹੈ ਭਾਰਤ ਦਾ ਬਹੁਤ ਹੀ ਮਹੱਤਵਪੂਰਨ ਰਾਜ, ਜਿਸ ਦਾ ਨਾਮ ਹੈ ਮਹਾਰਾਸ਼ਟਰਾ। ਇਸ ਵਿੱਚ ਮੁੰਬਈ ਨਾਂ ਦੀ ਇੱਕ ਰਾਜਧਾਨੀ ਹੈ, ਜਿਸ ਨੂੰ ਭਾਰਤ ਦੀ ਆਰਥਿਕ ਰਾਜਧਾਨੀ ਵੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਬੱਚਿਓ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਦਿਊ ਦਮਨ, ਦਾਦਰਾ ਅਤੇ ਨਗਰ ਹਵੇਲੀ ਦੀ। ਇੱਥੇ ਬੱਚਿਓ ਤੁਹਾਨੂੰ ਦੱਸਣਾ ਜ਼ਰੂਰੀ ਹੈ ਕਿ ਇਹ ਜੋ ਦਿਊ ਦਮਨ, ਦਾਦਰਾ ਤੇ ਨਗਰ ਹਵੇਲੀ ਹੈ 26 ਜਨਵਰੀ 2020 ਤੋਂ ਇਹਨਾਂ ਦੋਨਾਂ ਨੂੰ ਮਿਲਾ ਕੇ, ਦੋਨਾਂ ਨੂੰ ਮਰਜ ਕਰਕੇ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਗਿਆ ਹੈ। ਹੁਣ ਭਾਰਤ ਵਿੱਚ ਕੁੱਲ 8 ਕੇਂਦਰ ਸ਼ਾਸਿਤ ਪ੍ਰਦੇਸ਼ ਹਨ। ਇਸ ਤੋਂ ਬਾਅਦ ਬੱਚਿਓ ਆਪਾਂ ਹੁਣ ਜਿਸ ਸੂਬੇ ਦੀ ਗੱਲ ਕਰਨ ਜਾ ਰਹੇ ਹਾਂ ਇਹ ਹੈ ਗੁਜਰਾਤ। ਇਸ ਦੀ ਰਾਜਧਾਨੀ ਦਾ ਨਾਮ ਹੈ ਗਾਂਧੀਨਗਰ। ਔਰ ਬੱਚਿਓ ਗੁਜਰਾਤ ਅਤੇ ਮਹਾਰਾਸ਼ਟਰ ਭਾਰਤ ਦੇ ਸਭ ਤੋਂ ਵਿਕਸਿਤ ਜੋ ਸੂਬੇ ਹਨ ਉਹਨਾਂ ਵਿੱਚੋਂ ਇੱਕ ਹਨ। ਇੱਥੋਂ ਦੇ ਲੋਕ ਵਿਦੇਸ਼ਾਂ ਵਿੱਚ ਵਸੇ ਹੋਏ ਹਨ ਅਤੇ ਉਹ ਵਿਦੇਸ਼ਾਂ ਵਿੱਚ ਵੀ ਮੁੱਖ ਤੌਰ ਤੇ ਵਪਾਰੀਆਂ ਦੇ ਰੂਪ ਵਿੱਚ ਜਾਣੇ ਜਾਂਦੇ ਹਨ। ਇਸ ਤੋਂ ਬਾਅਦ ਇਹ ਹੈ ਮੱਧ ਭਾਰਤ, ਜਿਸ ਦਾ ਨਾਮ ਹੈ ਮੱਧ ਪ੍ਰਦੇਸ਼ ਔਰ ਇਸ ਦੀ ਰਾਜਧਾਨੀ ਹੈ ਭੋਪਾਲ। ਅਤੇ ਅਖੀਰ ਵਿੱਚ ਇਹ ਹੈ ਪੱਛਮ ਦਾ ਅਖੀਰਲਾ ਸੂਬਾ, ਜਿਸ ਦਾ ਨਾਮ ਹੈ ਰਾਜਸਥਾਨ ਅਤੇ ਇਸ ਦੀ ਰਾਜਧਾਨੀ ਹੈ ਜੈਪੁਰ। ਔਰ ਇਹ ਭਾਰਤ ਦੀ ਸਭ ਤੋਂ ਘੱਟ ਵਰਖਾ ਵਾਲਾ ਸੂਬਾ ਹੈ। ਇੱਥੇ ਦਾਲਾਂ ਕਾਫੀ ਮਾਤਰਾ ਵਿੱਚ ਪਾਈਆਂ ਜਾਂਦੀਆਂ ਹਨ। ਤਾਂਬੇ ਦਾ ਉਤਪਾਦਨ ਵੀ ਇੱਥੇ ਹੁੰਦਾ ਹੈ। ਔਰ ਅਰਾਵਲੀ ਪਰਬਤ ਇੱਥੋਂ ਦੀ ਇੱਕ ਮਹੱਤਵਪੂਰਨ ਪਹਾੜੀ ਚੋਟੀ ਹੈ। ਸੋ ਇਹ ਸੀ ਬੱਚਿਓ ਸਾਡਾ ਭਾਰਤ, ਜਿਸ ਨੂੰ ਅਸੀਂ ਇਸ ਤਰ੍ਹਾਂ ਵੀ ਦੇਖ ਸਕਦੇ ਹਾਂ। ਬੱਚਿਓ ਤੁਹਾਡੇ ਨਾਲ ਭਾਰਤ ਦੀ ਇਹ ਸੈਰ ਮੈਂ ਕਿਉਂ ਕੀਤੀ ਹੈ, ਇੱਥੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਸਮਾਜਿਕ ਵਿਗਿਆਨ ਵਿਸ਼ੇ ਵਿੱਚੋਂ 100% ਅੰਕ ਲੈਣਾ ਚਾਹੁੰਦੇ ਹੋ, ਤੁਹਾਡੀ ਇੱਛਾ ਹੈ, ਤਾਂ ਤੁਹਾਨੂੰ ਭਾਰਤ ਦੀ ਪੂਰੀ ਜਾਣ ਪਛਾਣ ਹੋਣੀ ਚਾਹੀਦੀ ਹੈ। ਸੋ ਕਿਤਾਬਾਂ ਪੜ੍ਹ ਕੇ ਜਾਣ ਪਛਾਣ ਲੈਣ ਨਾਲੋਂ ਨਕਸ਼ੇ ਤੋਂ ਜਾਣ ਪਛਾਣ ਲੈਣੀ ਬਹੁਤ ਸੌਖੀ ਹੁੰਦੀ ਹੈ। ਸੋ ਜੇਕਰ ਤੁਹਾਨੂੰ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਬਾਰੇ ਪਤਾ ਹੋਏਗਾ ਤਾਂ ਤੁਸੀਂ ਬੜੇ ਆਰਾਮ ਦੇ ਨਾਲ ਕਿਤਾਬ ਦੇ ਵਿੱਚ, ਬੁੱਕ ਦੇ ਵਿੱਚ ਜੋ ਹੈ ਉਸ ਨੂੰ ਵੀ ਸਮਝ ਲਓਗੇ। ਸੋ ਇਹ ਸੀ ਇੱਕ ਛੋਟਾ ਜਿਹਾ ਯਤਨ ਤੁਹਾਨੂੰ ਭਾਰਤ ਦੇ ਨਕਸ਼ੇ ਬਾਰੇ ਦੱਸਣ ਦੀ। ਚਲੋ ਆਪਾਂ ਹੁਣ ਸ਼ੁਰੂ ਕਰਦੇ ਹਾਂ। ਨਕਸ਼ੇ ਨੂੰ ਕਿਵੇਂ ਭਰਿਆ ਜਾ ਸਕਦਾ ਹੈ ਜਾਂ ਨਕਸ਼ੇ ਸੰਬੰਧੀ ਤੁਹਾਡੇ ਮਨ ਵਿੱਚ ਜੋ ਪ੍ਰਸ਼ਨ ਹਨ, ਜੋ ਕੁਐਰੀਜ਼ ਹਨ, ਮੈਂ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਾਂਗਾ। ਸੋ ਚਲੋ ਸ਼ੁਰੂ ਕਰਦੇ ਹਾਂ। ਇਹ ਹੈ ਭਾਰਤ ਦਾ ਨਕਸ਼ਾ। ਹੁਣ ਇਸ ਨਕਸ਼ੇ ਵਿੱਚ ਬੱਚਿਓ ਅਸੀਂ ਕੁਝ ਪ੍ਰੈਕਟਿਸ ਕਰਕੇ ਦੇਖਦੇ ਹਾਂ। ਲਓ ਬੱਚਿਓ,
ਇਸ ਨੂੰ ਹੁਣ ਧਿਆਨ ਨਾਲ ਦੇਖਣਾ। ਕੀ ਦੇਖਦੇ ਹਾਂ? ਇਹ ਹੈ ਪੰਜਾਬ, ਇਹ ਹੈ ਹਰਿਆਣਾ ਬੱਚਿਓ, ਇਹ ਹੈ ਉੱਤਰ ਪ੍ਰਦੇਸ਼, ਇਹ ਹੈ ਬਿਹਾਰ ਤੇ ਇਹ ਹੈ ਪੱਛਮੀ ਬੰਗਾਲ, ਜਿਸ ਨੂੰ ਅਸੀਂ ਹੁਣੇ ਸਮਝ ਕੇ ਆਏ ਹਾਂ। ਤੁਹਾਨੂੰ ਇਹਨਾਂ ਦੀ ਪਛਾਣ ਹੋਣੀ ਜ਼ਰੂਰੀ ਹੈ। ਸੋ ਬੱਚਿਓ, ਇਹ ਜੋ ਖੇਤਰ ਹੈ, ਇਹ ਜੋ ਰਾਜ ਹਨ, ਇਹ ਭਾਰਤ ਦਾ ਜਲੌਢ ਮਿੱਟੀ ਵਾਲਾ ਇਲਾਕਾ ਹੈ। ਇਹ ਜਲੌਢ ਮਿੱਟੀ ਵਾਲੇ ਰਾਜ ਹਨ। ਹੁਣ ਬੱਚਿਓ, ਤੁਹਾਡੇ ਮਨ ਵਿੱਚ ਖਿਆਲ ਆਉਂਦਾ ਹੋਵੇਗਾ ਕਿ ਜਲੌਢੀ ਮਿੱਟੀ ਕਿਹੜੀ ਚੀਜ਼ ਹੁੰਦੀ ਹੋਵੇਗੀ, ਜਿਸ ਲਈ ਤੁਹਾਨੂੰ ਕਿਤਾਬ ਦੇ ਵਿੱਚੋਂ, ਪਾਠ ਪੁਸਤਕ ਵਿੱਚੋਂ ਪੜ੍ਹਨਾ ਪਵੇਗਾ। ਪਰ ਜਲੌਢ ਮਿੱਟੀ ਦੀ ਪਰਿਭਾਸ਼ਾ ਦੇਣੀ ਬੜੀ ਆਸਾਨ ਹੈ। ਜਲੌਢ ਮਿੱਟੀ ਤੋਂ ਬੱਚਿਓ ਭਾਵ ਹੁੰਦਾ ਹੈ ਕਿ ਜਲ ਜਮਾ ਰੋੜ ਮਿੱਟੀ, ਉਹ ਮਿੱਟੀ ਜਿਹਨੂੰ ਜਲ ਰੋੜ ਕੇ ਲੈ ਕੇ ਆਉਂਦਾ ਹੈ, ਜਿਸ ਨੂੰ ਨਦੀਆਂ ਦਾ ਪਾਣੀ ਰੋੜ ਕੇ ਲੈ ਕੇ ਆਉਂਦਾ ਹੈ, ਉਸ ਨੂੰ ਜਲੌਢ ਮਿੱਟੀ ਕਿਹਾ ਜਾਂਦਾ ਹੈ। ਇਹ ਮਿੱਟੀ ਬੱਚਿਓ ਬਹੁਤ ਉਪਜਾਊ ਹੁੰਦੀ ਹੈ, ਔਰ ਜੇ ਉਪਜਾਊ ਹੁੰਦੀ ਹੈ ਤਾਂ ਕੁਦਰਤੀ ਤੌਰ ਤੇ ਇਸ ਵਿੱਚ ਬਹੁਤ ਸਾਰੀਆਂ ਫਸਲਾਂ ਉਗਾਈਆਂ ਜਾਂਦੀਆਂ ਹੋਣਗੀਆਂ। ਸੋ ਹੁਣ ਆਪਾਂ ਦੇਖਦੇ ਹਾਂ ਕਿ ਇੱਥੇ ਕਿਹੜੀਆਂ-ਕਿਹੜੀਆਂ ਫਸਲਾਂ ਜੋ ਉਗਾਈਆਂ ਜਾਂਦੀਆਂ ਹਨ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਣਕ। ਸੋ ਬੱਚਿਓ, ਇਸ ਖੇਤਰ ਵਿੱਚ, ਭਾਰਤ ਵਿੱਚ ਸਭ ਤੋਂ ਵੱਧ ਕਣਕ ਹੁੰਦੀ ਹੈ। ਸੋ ਜੇ ਪੇਪਰ ਦੇ ਵਿੱਚ ਕਣਕ ਭਰਨ ਵਾਲਾ ਕੋਈ ਕੁਐਸਚਨ ਆ ਜਾਵੇ ਤਾਂ ਤੁਹਾਡਾ ਉੱਤਰ ਇਹ ਖੇਤਰ ਹੋਣਾ ਚਾਹੀਦਾ ਹੈ। ਇਸ ਤੋਂ ਬਾਅਦ ਬੱਚਿਓ ਚਾਵਲ, ਔਰ ਬੱਚਿਓ ਚਾਵਲ ਵੀ ਇਸ ਖੇਤਰ ਵਿੱਚ ਸਭ ਤੋਂ ਵੱਧ ਹੁੰਦੇ ਹਨ। ਸੋ ਜੇ ਕਣਕ ਦੀ ਬਜਾਏ ਚਾਵਲ ਆ ਜਾਵੇ ਤਾਂ ਤੁਹਾਡਾ ਆਨਸਰ ਬਦਲਣਾ ਨਹੀਂ, ਤੁਹਾਡਾ ਆਨਸਰ ਸੇਮ ਰਹਿਣਾ ਹੈ। ਇਸ ਤੋਂ ਬਾਅਦ ਬੱਚਿਓ ਗੰਨਾ। ਹੁਣ ਜੇ ਪੇਪਰ ਵਿੱਚ ਕਣਕ ਵੀ ਨਾ ਆਵੇ, ਚਾਵਲ ਵੀ ਨਾ ਆਵੇ, ਗੰਨਾ ਆ ਜਾਵੇ, ਬੱਚਿਓ ਆਨਸਰ ਸੇਮ ਹੈ। ਔਰ ਇਸ ਤੋਂ ਬਾਅਦ ਬੱਚਿਓ ਹੁਣ ਆਪਾਂ ਗੱਲ ਕਰਦੇ ਹਾਂ ਇਸ ਏਰੀਏ ਦੀ। ਇੱਕ ਹੈ ਗੁਜਰਾਤ, ਅਸੀਂ ਪੜ੍ਹ ਕੇ ਆਏ ਹਾਂ, ਤੇ ਇੱਕ ਰਾਜ ਦਾ ਨਾਮ ਹੈ ਮਹਾਰਾਸ਼ਟਰ। ਸੋ ਬੱਚਿਓ, ਇਹ ਜੋ ਖੇਤਰ ਹਨ, ਇਹ ਜੋ ਰਾਜ ਹਨ, ਇੱਥੇ ਕਾਲੀ ਮਿੱਟੀ ਪਾਈ ਜਾਂਦੀ ਹੈ। ਮੈਂ ਤੁਹਾਨੂੰ ਕੁਝ ਸਮਾਂ ਪਹਿਲਾਂ ਹੀ ਦੱਸਿਆ ਹੈ ਕਿ ਇਹ ਭਾਰਤ ਦੇ ਵਿਕਸਿਤ ਰਾਜਾਂ ਵਿੱਚੋਂ ਇੱਕ ਹਨ। ਕਾਰਨ ਕਾਲੀ ਮਿੱਟੀ ਹੈ ਬੱਚਿਓ, ਇੱਥੇ ਕਪਾਹ ਦੀ ਖੇਤੀ ਕੀਤੀ ਜਾਂਦੀ ਹੈ, ਤੇ ਕਪਾਹ ਦੀ ਖੇਤੀ ਹੋਣ ਕਾਰਨ ਸੂਤੀ ਕੱਪੜੇ ਦੇ ਜੋ ਉਦਯੋਗ ਹਨ, ਕਾਰਖਾਨੇ ਹਨ, ਉਹ ਇਸ ਖੇਤਰ ਦੇ ਵਿੱਚ ਲੱਗੇ ਹੋਏ ਹਨ, ਜਿਸ ਕਾਰਨ ਇਹ ਜੋ ਇਲਾਕਾ ਹੈ ਇਹ ਬਹੁਤ ਅਮੀਰ ਹੈ। ਇਸ ਤੋਂ ਬਾਅਦ ਬੱਚਿਓ ਹੁਣ ਆਪਾਂ ਭਾਰਤ ਦੇ ਦੱਖਣ ਵਿੱਚ ਇਹ ਜੋ ਰਾਜ ਹੈ, ਆਪਾਂ ਇਸ ਦੀ ਗੱਲ ਕਰਦੇ ਹਾਂ। ਇਸ ਦਾ ਨਾਮ ਹੈ ਕੇਰਲ। ਔਰ ਬੱਚਿਓ, ਇੱਥੇ ਰਬੜ ਦਾ ਉਤਪਾਦਨ ਬਹੁਤ ਹੁੰਦਾ ਹੈ, ਇੱਥੋਂ ਦੀ ਸਾਖਰਤਾ ਦਰ ਬਹੁਤ ਹੈ, ਔਰ ਬੱਚਿਓ ਇੱਥੇ ਦਾ ਲਿੰਗ ਅਨੁਪਾਤ ਵੀ ਭਾਰਤ ਵਿੱਚ ਸਭ ਤੋਂ ਜ਼ਿਆਦਾ ਹੈ। ਜੇ ਸਮਝਣਾ ਹੋਵੇ ਤਾਂ ਮੈਂ ਤੁਹਾਨੂੰ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕਰਾਂਗਾ ਕਿ ਜੇ ਇੱਥੇ ਦੀ ਸਾਖਰਤਾ ਦਰ ਦੀ ਗੱਲ ਕਰੀਏ ਬੱਚਿਓ, ਤਾਂ ਇੱਥੇ ਦੀ ਸਾਖਰਤਾ ਦਰ 94% ਹੈ। ਔਰ ਬੱਚਿਓ, ਮੈਂ 2011 ਦੇ ਅੰਕੜਿਆਂ ਤੇ ਗੱਲ ਕਰ ਰਿਹਾ ਹਾਂ। 2011 ਦੇ ਵਿੱਚ ਜੋ ਜਨਗਣਨਾ ਹੋਈ ਸੀ, ਉਸ ਅਨੁਸਾਰ ਇੱਥੇ ਦੇ 94% ਲੋਕ ਪੜ੍ਹੇ ਲਿਖੇ ਹਨ। ਔਰ ਹੁਣ ਜੇ ਅਸੀਂ ਇੱਥੇ ਦੇ ਲਿੰਗ ਅਨੁਪਾਤ ਦੀ ਗੱਲ ਕਰੀਏ ਤਾਂ ਬੱਚਿਓ ਉਹ ਹੈ 1084। ਕਹਿਣ ਦਾ ਭਾਵ 1000 ਮਰਦਾਂ ਪਿੱਛੇ 1084 ਔਰਤਾਂ ਹਨ। 84 ਔਰਤਾਂ ਮਰਦਾਂ ਨਾਲੋਂ ਜ਼ਿਆਦੀਆਂ ਹਨ। ਤੁਹਾਡੇ ਮਨ ਵਿੱਚ ਖਿਆਲ ਆਉਂਦਾ ਹੋਵੇਗਾ ਕਿ ਇਹ ਕਿਹੜੀ ਵੱਡੀ ਗੱਲ ਹੈ। ਸੋ ਬੱਚਿਓ, ਤੁਹਾਡੇ ਮਨ ਦੇ ਇਸ ਖਿਆਲ ਨੂੰ ਦੂਰ ਕਰਨ ਲਈ ਮੈਂ ਹੁਣ ਉਦਾਹਰਨ ਲੈਣਾ ਹਾਂ ਪੰਜਾਬ ਦੀ। ਪੰਜਾਬ ਦੀ ਸਾਖਰਤਾ ਦਰ ਬੱਚਿਓ 76% ਹੈ, 76%, ਤੇ ਪੰਜਾਬ ਦਾ ਜੋ ਲਿੰਗ ਅਨੁਪਾਤ ਹੈ ਉਹ ਹੈ 895। ਸ਼ਾਇਦ ਬੱਚਿਓ ਤੁਹਾਨੂੰ ਹਜੇ ਵੀ ਸਮਝ ਨਹੀਂ ਆਈ ਹੋਏਗੀ, ਮੈਂ ਤੁਹਾਨੂੰ ਇਹਨਾਂ ਦੇ ਅੰਤਰ ਦੇ ਨਾਲ ਦੱਸਦਾ ਹਾਂ। ਆ ਲਓ ਬੱਚਿਓ, ਸਾਖਰਤਾ ਦਰ ਦਾ ਅੰਤਰ ਹੈ 18%। ਸ਼ਾਇਦ ਇਹ ਵੀ ਤੁਹਾਨੂੰ ਵੱਡਾ ਨਾ ਲੱਗਦਾ ਹੋਵੇ, ਪਰ ਬੱਚਿਓ ਆ ਦੇਖਣ ਵਾਲੀ ਚੀਜ਼ ਹੈ। ਤੁਸੀਂ ਆਪ ਨੋਟ ਕਰੋ ਕਿ 18% ਵੱਧ ਪੜ੍ਹੇ ਲਿਖੇ ਸੂਬੇ ਵਿੱਚ 199, ਜਾਂ ਮੈਂ ਉਹਨੂੰ ਇੰਗਲਿਸ਼ ਵਿੱਚ 190 ਵੀ ਕਹਿ ਸਕਦਾ ਹਾਂ, 190 ਇੱਕ ਫਿਗਰ ਲੈ ਸਕਦਾ ਹਾਂ ਕਿ ਪੰਜਾਬ ਵਿੱਚ 189 ਕੁੜੀਆਂ ਨੂੰ, ਸ਼ਾਇਦ ਮਾਫ ਕਰਨਾ ਮੈਨੂੰ, ਜੰਮਣ ਹੀ ਨਹੀਂ ਦਿੱਤਾ ਜਾਂਦਾ, ਧਰਤੀ ਤੇ ਆਉਣ ਹੀ ਨਹੀਂ ਦਿੱਤਾ ਜਾਂਦਾ। ਸੋ ਇੱਕ ਪੜ੍ਹੇ ਲਿਖੇ ਸੂਬੇ ਅਤੇ ਇੱਕ ਉਸ ਤੋਂ ਥੋੜਾ ਘੱਟ ਪੜ੍ਹੇ ਲਿਖੇ ਸੂਬੇ ਦੇ ਵਿੱਚ ਇਹ ਫਰਕ ਹੁੰਦਾ ਹੈ। ਸੋ ਸਾਰੇ ਬੱਚਿਆਂ ਨੂੰ ਮੈਂ ਇੱਕ ਰਿਕੁਐਸਟ ਕਰਦਾ ਹਾਂ ਕਿ ਤੁਸੀਂ ਕੋਸ਼ਿਸ਼ ਕਰਨਾ ਕਿ ਜਿੰਨਾ ਤੁਸੀਂ ਪੜ੍ਹ ਸਕੋ ਤੁਸੀਂ ਜ਼ਰੂਰ ਪੜ੍ਹਨਾ ਹੈ।
ਸੋ ਅਸੀਂ ਕੇਰਲਾ ਦੀ ਗੱਲ ਕਰ ਰਹੇ ਸਾਂ। ਇੱਥੇ ਸਾਖਰਤਾ ਦਰ ਭਾਰਤ ਵਿੱਚ ਸਭ ਤੋਂ ਵੱਧ ਹੈ। ਇੱਥੇ ਰਬੜ ਦਾ ਉਤਪਾਦਨ ਵੀ ਬਹੁਤ ਕੀਤਾ ਜਾਂਦਾ ਹੈ ਤੇ ਇੱਥੇ ਲਿੰਗ ਅਨੁਪਾਤ ਜੋ ਹੈ ਉਹ ਵੀ ਭਾਰਤ ਦਾ ਸਭ ਤੋਂ ਵੱਧ ਹੈ। ਇਸ ਤੋਂ ਬਾਅਦ ਬੱਚਿਓ ਇੱਕ ਗੱਲ ਸ਼ਾਇਦ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਹਾਂ ਕਿ ਪੇਪਰ ਦੇ ਵਿੱਚ ਜਦੋਂ ਤੁਹਾਨੂੰ ਜਲੋਡੀ ਮਿੱਟੀ ਜਾਂ ਕਣਕ ਆਦਿ ਵਗੈਰਾ ਭਰਨ ਨੂੰ ਆਉਂਦਾ ਹੈ ਤਾਂ ਤੁਹਾਡੇ ਮਨ ਦੇ ਵਿੱਚ ਬਹੁਤ ਸਾਰੇ ਜੋ ਖਿਆਲ ਹਨ ਉਹ ਆਉਂਦੇ ਹਨ, ਮੈਂ ਕਿੱਥੇ ਭਰਾਂ, ਕਿਹੜਾ ਜਗ੍ਹਾ ਹੈ। ਸੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਪੇਪਰ ਦੇ ਵਿੱਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਬਿਹਾਰ, ਪੱਛਮੀ ਬੰਗਾਲ ਆਦਿ ਲਿਖਣ ਦੀ ਲੋੜ ਨਹੀਂ ਹੁੰਦੀ। ਸੋ ਤੁਸੀਂ ਸੰਕੇਤ ਜੋ ਦਿੱਤਾ ਹੈ, ਸੰਕੇਤ ਦੇ ਵਿੱਚ ਜਿਵੇਂ ਮੈਂ ਇਹ ਹਰਾ ਰੰਗ ਭਰਿਆ ਹੈ ਤੇ ਇੱਥੇ ਹਰੇ ਰੰਗ ਭਰ ਦਿੱਤੇ ਹਨ, ਤੁਸੀਂ ਬਸ ਸੰਕੇਤ ਦਾ ਧਿਆਨ ਰੱਖਣਾ ਹੈ। ਇੱਕ ਹੋਰ ਉਦਾਹਰਨ ਦੇ ਲਈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ, ਜਿਵੇਂ ਮੰਨ ਲਓ ਮੈਂ ਇੱਥੇ ਲਿਖ ਦਿੱਤਾ ਹੈ ਕਿ ਇਹ ਹੈ ਜਲੋਡੀ ਮਿੱਟੀ ਵਾਲਾ ਖੇਤਰ ਜਾਂ ਕਣਕ ਵਾਲਾ ਖੇਤਰ ਜਾਂ ਚਾਵਲ ਜਾਂ ਗੰਨੇ ਵਾਲਾ ਖੇਤਰ। ਹੁਣ ਜੇ ਮੈਂ ਇਸ ਨੂੰ ਇਸ ਤਰ੍ਹਾਂ ਕਰ ਦੇਵਾਂ, ਆ ਲਓ ਬੱਚਿਓ, ਤਾਂ ਮੇਰਾ ਆਨਸਰ ਫਿਰ ਵੀ ਠੀਕ ਹੋਏਗਾ। ਹੁਣ ਤੁਸੀਂ ਆਪ ਦੇਖ ਲਓ, ਪਹਿਲਾਂ ਇਹ ਏਰੀਆ ਖੇਤਰ ਕਿੱਥੇ ਸੀ, ਹੁਣ ਮੈਂ ਕਿੱਥੇ ਕਰ ਦਿੱਤਾ। ਔਰ ਬੱਚਿਓ ਤੀਸਰੀ ਐਗਜ਼ਾਮਪਲ ਹੋਰ ਦਿੰਨਾ ਕਿ ਜੇ ਮੈਂ ਇਸ ਤਰ੍ਹਾਂ ਵੀ ਨਾ ਕੀਤਾ, ਮੈਂ ਇਸ ਤਰ੍ਹਾਂ ਕਰਤਾ ਤਾਂ ਮੇਰਾ ਉੱਤਰ ਤਾਂ ਵੀ ਠੀਕ ਹੈ। ਸੋ ਬੱਚਿਓ ਇੱਥੇ ਡਰਨ ਵਾਲੀ ਕੋਈ ਲੋੜ ਨਹੀਂ ਹੈ, ਕਿਉਂਕਿ ਇਹ ਸਾਰਾ ਖੇਤਰ ਜੋ ਹੈ ਹਰੇ ਰੰਗ ਦਾ ਦਿਖਾਇਆ ਹੋਇਆ ਖੇਤਰ, ਇਹ ਸਾਰਾ ਖੇਤਰ ਜਲੋਡੀ ਮਿੱਟੀ, ਕਣਕ, ਚਾਵਲ, ਗੰਨੇ ਵਾਲਾ ਖੇਤਰ ਹੈ। ਇੱਥੋਂ ਤੱਕ ਕਿ ਤੁਸੀਂ ਮੱਕੀ ਵੀ ਕਹਿ ਸਕਦੇ ਹੋ। ਸੋ ਬਹੁਤ ਸਾਰੀਆਂ ਫਸਲਾਂ ਜੋ ਹਨ, ਦਾਲਾਂ ਹਨ, ਇੱਥੇ ਉਗਾਈਆਂ ਜਾਂਦੀਆਂ ਹਨ। ਇਸੇ ਤਰ੍ਹਾਂ ਜਦੋਂ ਆਪਾਂ ਕਾਲੀ ਮਿੱਟੀ ਦੀ ਗੱਲ ਕਰਦੇ ਹਾਂ, ਆਪਾਂ ਕਪਾਹ ਦੀ ਗੱਲ ਕਰਦੇ ਹਾਂ, ਤਾਂ ਆਪਾਂ ਇੱਥੇ ਵੀ ਇੱਕ ਉਦਾਹਰਨ ਲੈ ਕੇ ਸਮਝ ਸਕਦੇ ਹਾਂ ਕਿ ਤੁਸੀਂ ਕਾਲੀ ਮਿੱਟੀ ਦਾ ਖੇਤਰ ਇਸ ਤਰ੍ਹਾਂ ਭਰ ਸਕਦੇ ਹੋ ਜਾਂ ਤੁਸੀਂ ਕਪਾਹ ਦਾ ਖੇਤਰ ਭਰ ਸਕਦੇ ਹੋ। ਜੇ ਕੋਈ ਬੱਚਾ ਇਸ ਤਰ੍ਹਾਂ ਨਹੀਂ ਭਰਦਾ, ਉਹ ਇਹਨੂੰ ਇਸ ਤਰ੍ਹਾਂ ਭਰ ਲੈਂਦਾ ਹੈ, ਥੋੜਾ ਛੋਟਾ ਕਰ ਲੈਂਦਾ ਹੈ, ਤਾਂ ਬੱਚਿਓ ਤਾਂ ਵੀ ਇਸ ਦਾ ਆਨਸਰ ਸੇਮ ਹੀ ਹੈ। ਤੇ ਜੇ ਕੋਈ ਬੱਚਾ ਇਸ ਨੂੰ ਇਸ ਤਰ੍ਹਾਂ ਭਰ ਲੈਂਦਾ ਹੈ ਬੱਚਿਓ, ਤਾਂ ਵੀ ਜੋ ਆਨਸਰ ਹੈ ਉਸ ਦਾ ਠੀਕ ਹੈ, ਕਿਉਂਕਿ ਇਹ ਸਾਰਾ ਖੇਤਰ ਗੁਜਰਾਤ, ਥੋੜਾ ਜਿਹਾ ਮੱਧ ਪ੍ਰਦੇਸ਼, ਮਹਾਰਾਸ਼ਟਰ, ਇਹ ਜੋ ਇਲਾਕਾ ਹੈ ਇਹ ਕਾਲੀ ਮਿੱਟੀ ਦਾ ਇਲਾਕਾ ਹੈ। ਸੋ ਬੱਚਿਓ ਇਹ ਸੀ ਕਣਕ, ਚਾਵਲ, ਕਾਲੀ ਮਿੱਟੀ ਆਦਿ ਜੋ ਸਾਖਰਤਾ ਦਰ ਹੈ ਨਕਸ਼ੇ ਵਿੱਚ ਭਰਨ ਸੰਬੰਧੀ ਤੁਹਾਡੇ ਨਾਲ ਜਾਣਕਾਰੀ। ਇਸ ਤੋਂ ਬਾਅਦ ਬੱਚਿਓ ਆਪਾਂ ਅਗਲੇ ਨਕਸ਼ੇ ਤੇ ਚੱਲਦੇ ਹਾਂ। ਤਾਂ ਇੱਥੇ ਦੇਖਦੇ ਹਾਂ ਕਿ ਆਪਾਂ ਕੀ ਫਿਲ ਕਰਨਾ ਹੈ। ਚਲੋ ਬੱਚਿਓ, ਲਓ ਜੀ, ਇਹ ਅਸਾਮ ਹੈ, ਇਸ ਨੂੰ ਆਪਾਂ ਕਲਰ ਕਰ ਦਿੱਤਾ ਹੈ। ਇਸ ਵਿੱਚ ਆਪਾਂ ਬਾਕਸਿਸ ਬਣਾ ਲਏ ਹਨ। ਔਰ ਬੱਚਿਓ ਮੈਂ ਪਿੱਛੇ ਵੀ ਤੁਹਾਨੂੰ ਦੱਸਿਆ ਹੈ, ਤਾਂ ਤੁਸੀਂ ਸਮਝ ਹੀ ਗਏ ਹੋਵੋਗੇ ਕਿ ਇਹ ਉਹ ਇਲਾਕਾ ਹੈ, ਇਹ ਉਹ ਰਾਜ ਹੈ, ਇਹ ਉਹ ਖੇਤਰ ਹੈ ਜੋ ਪੂਰੀ ਦੁਨੀਆ ਨੂੰ ਚਾਹ ਦਾ ਉਤਪਾਦਨ ਕਰਦਾ ਹੈ। ਸੋ ਇਹ ਇਲਾਕਾ ਜੋ ਹੈ, ਇਹ ਜੋ ਰਾਜ ਹੈ, ਇਸ ਦਾ ਨਾਮ ਅਸਾਮ ਹੈ ਅਤੇ ਇਹ ਪੂਰੇ ਭਾਰਤ ਨੂੰ, ਪੂਰੀ ਦੁਨੀਆ ਨੂੰ ਜੋ ਅਸੀਂ ਚਾਹ ਪੀਂਦੇ ਹਾਂ ਉਹ ਚਾਹ ਦਾ ਉਤਪਾਦਨ ਇਹ ਸਾਨੂੰ ਕਰਕੇ ਦਿੰਦਾ ਹੈ। ਸੋ ਇਹ ਚਾਹ ਪੈਦਾ ਕਰਨ ਵਾਲਾ ਰਾਜ ਹੈ। ਹੁਣ ਬੱਚਿਓ ਆਪਾਂ ਸਿਰਫ ਇੰਨਾ ਕਹਿ ਦਈਏ ਕਿ ਇਹ ਚਾਹ ਪੈਦਾ ਕਰਨ ਵਾਲਾ ਰਾਜ ਹੈ, ਇਹ ਵੀ ਬਹੁਤਾ ਠੀਕ ਨਹੀਂ ਹੋਏਗਾ। ਤੁਸੀਂ ਹੈਰਾਨ ਹੋਵੋਗੇ ਕਿ ਇਹ ਵੱਧ ਵਰਖਾ ਵਾਲਾ ਖੇਤਰ ਵੀ ਹੈ। ਜਿਵੇਂ ਆਪਾਂ ਪਹਿਲਾਂ ਦੱਸਿਆ ਕਿ ਇਸ ਦੇ ਨਾਲ ਹੀ ਇਹਦੇ ਬਿਲਕੁਲ ਬਾਉਂਡਰੀ ਦੇ ਉੱਪਰ ਇੱਥੇ ਇੱਕ ਮੇਘਾਲਿਆ ਦੇ ਵਿੱਚ ਇੱਕ ਮਾਨੇਸਰਾਮ ਨਾਂ ਦੀ ਜਗ੍ਹਾ ਹੈ, ਜਿੱਥੇ ਸਭ ਤੋਂ ਵੱਧ ਬਾਰਿਸ਼ ਹੁੰਦੀ ਹੈ। ਇੱਥੇ ਖਾਸੀ ਗਾਰੋ ਦੀਆਂ ਪਹਾੜੀਆਂ ਹਨ, ਜਿਸ ਕਾਰਨ ਇਹ ਵੱਧ ਵਰਖਾ ਵਾਲਾ ਖੇਤਰ ਹੈ। ਇਸ ਤੋਂ ਬਾਅਦ ਬੱਚਿਓ ਤੀਸਰੀ ਚੀਜ਼ ਜੋ ਮਹੱਤਵਪੂਰਨ ਇਹ ਹੈ ਕਿ ਇੱਥੇ ਸਦਾਬਹਾਰ ਜੰਗਲ ਵੀ ਹਨ। ਹੁਣ ਪੇਪਰ ਵਿੱਚ ਚਾਹ ਆ ਜਾਵੇ ਤੁਹਾਡਾ ਆਨਸਰ ਸੇਮ, ਪੇਪਰ ਵਿੱਚ ਵੱਧ ਵਰਖਾ ਆ ਜਾਵੇ ਤੁਹਾਡਾ ਆਨਸਰ ਇਹੀ, ਪੇਪਰ ਵਿੱਚ ਸਦਾਬਹਾਰ ਜੰਗਲ ਆ ਜਾਣ ਤਾਂ ਤੁਹਾਡਾ ਆਨਸਰ ਇਹੀ ਹੈ ਬੱਚਿਓ। ਤੁਸੀਂ ਇੱਥੇ ਕਿਤੇ ਵੀ ਨਿਸ਼ਾਨੀ ਲਗਾ ਸਕਦੇ ਹੋ। ਔਰ ਬੱਚਿਓ ਆਪਾਂ ਕੀ ਦੇਖਦੇ ਹਾਂ ਕਿ ਇਹ ਜੋ ਤ੍ਰਿਪੁਰਾ ਹੈ, ਤੁਹਾਨੂੰ ਪਹਿਲਾਂ ਹੀ ਦੱਸਿਆ ਹੈ, ਇੱਥੇ ਭਾਰਤ ਵਿੱਚ ਸਭ ਤੋਂ ਵੱਧ ਜੰਗਲ ਪਾਏ ਜਾਂਦੇ ਹਨ। ਸੋ ਜੇ ਜੰਗਲਾਂ ਦੀ ਗੱਲ ਹੋਵੇ, ਜੇ ਬਾਰਿਸ਼ ਦੀ ਗੱਲ ਹੋਵੇ, ਜੇ ਚਾਹ ਦੀ ਗੱਲ ਹੋਵੇ, ਤਾਂ ਸਭ ਤੋਂ ਵੱਧ ਜੋ ਹਨ ਇਹ ਇਲਾਕਾ ਹੈ ਜਿੱਥੇ ਤੁਸੀਂ ਨਿਸ਼ਾਨ ਲਾ ਸਕਦੇ ਹਾਂ। ਸੋ ਹੁਣ ਅਸੀਂ ਵੱਧ ਵਰਖਾ ਦੀ ਗੱਲ ਕਰ ਰਹੇ ਹਾਂ। ਸੋ ਬੱਚਿਓ ਤੁਹਾਡੇ ਮਨ ਵਿੱਚ ਖਿਆਲ ਤਾਂ ਆਉਂਦਾ ਹੋਵੇਗਾ ਕਿ ਭਾਰਤ ਵਿੱਚ ਘੱਟ ਵਰਖਾ ਕਿੱਥੇ ਹੁੰਦੀ ਹੈ। ਸੋ ਲਓ ਬੱਚਿਓ, ਇਹ ਹੈ ਰਾਜਸਥਾਨ, ਜਿੱਥੇ ਭਾਰਤ ਵਿੱਚ ਸਭ ਤੋਂ ਘੱਟ ਵਰਖਾ ਹੁੰਦੀ ਹੈ, ਕਿਉਂਕਿ ਜੋ ਅਰਾਵਲੀ ਪਰਬਤ ਹੈ ਉਹ ਇਸ ਤਰ੍ਹਾਂ ਦੀ ਦਿਸ਼ਾ ਵਿੱਚ ਹੈ।
ਸੋ ਜਦੋਂ ਇੱਥੋਂ ਸਮੁੰਦਰ ਵਿੱਚੋਂ ਅਰਬ ਸਾਗਰ ਵਿੱਚੋਂ ਬਾਰਿਸ਼ ਵਾਲੀਆਂ ਜੋ ਪੌਣਾਂ ਹਨ ਉਹ ਹਵਾ ਦੇ ਨਾਲ ਪਾਣੀ ਲੈ ਕੇ ਆਉਂਦੀਆਂ ਹਨ ਤਾਂ ਉਹ ਇਹਦੇ ਨਾਲ ਦੀ ਲੰਘ ਜਾਂਦੀਆਂ ਹਨ ਤੇ ਇੱਥੇ ਜਾ ਕੇ ਹਿਮਾਲਿਆ ਪਰਬਤ ਨਾਲ ਟਕਰਾਉਂਦੀਆਂ ਹਨ। ਸੋ ਇਹ ਜੋ ਰਾਜਸਥਾਨ ਦਾ ਖੇਤਰ ਹੈ ਇਸ ਵਿੱਚ ਦਾਲਾਂ ਉਗਾਈਆਂ ਜਾਂਦੀਆਂ ਹਨ, ਇਸ ਵਿੱਚ ਜਵਾਰ ਉਗਾਇਆ ਜਾਂਦਾ ਹੈ, ਇਸ ਵਿੱਚ ਛੋਲੇ ਉਗਾਏ ਜਾਂਦੇ ਹਨ ਤੇ ਘੱਟ ਵਰਖਾ ਦੀ ਤਾਂ ਆਪਾਂ ਗੱਲ ਕਰ ਹੀ ਲਈ ਹੈ। ਸੋ ਇੱਥੇ ਮਾਰੂਥਲੀ ਮਿੱਟੀ ਵੀ ਹੈ, ਘੱਟ ਵਰਖਾ ਹੈ ਜਿਸ ਕਾਰਨ ਇੱਥੇ ਦੀ ਮਿੱਟੀ ਮਾਰੂਥਲੀ ਹੈ। ਦਾਲਾਂ ਬਾਜਰਾ ਗੁਆਰ ਆਪਾਂ ਇਹ ਦੇਖ ਲਿਆ ਹੈ। ਸੋ ਇਸ ਤੋਂ ਬਾਅਦ ਬੱਚਿਓ ਅਸੀਂ ਕੀ ਦੇਖਦੇ ਹਾਂ ਕਿ ਇਹ ਜੋ ਪੱਛਮੀ ਬੰਗਾਲ ਦਾ ਹੁਣ ਜੋ ਖੇਤਰ ਅਸੀਂ ਸਿਲੈਕਟ ਕੀਤਾ ਹੈ ਇਹ ਭਾਰਤ ਦਾ ਪਟਸਨ ਪੈਦਾ ਕਰਨ ਵਾਲਾ ਖੇਤਰ ਹੈ। ਸੋ ਪੇਪਰ ਦੇ ਵਿੱਚ ਜੇ ਪਟਸਨ ਸੰਬੰਧੀ ਕੋਈ ਜਾਣਕਾਰੀ ਆ ਜਾਂਦੀ ਹੈ ਤਾਂ ਇਹ ਉਹ ਰਾਜ ਹੈ, ਇਹ ਉਹ ਖੇਤਰ ਹੈ ਜਿੱਥੇ ਪਟਸਨ ਦਾ ਉਤਪਾਦਨ ਸਭ ਤੋਂ ਵੱਧ ਹੁੰਦਾ ਹੈ। ਇਸ ਤੋਂ ਬਾਅਦ ਬੱਚਿਓ ਇਹ ਜੋ ਇਲਾਕਾ ਹੈ ਜਿੱਥੇ ਹੁਣ ਮੈਂ ਨਿਸ਼ਾਨ ਲਾਇਆ ਹੈ, ਬਿੰਦੂ ਲਗਾਇਆ ਹੈ, ਇਹ ਇਲਾਕਾ ਵੀ ਬਹੁਤ ਮਹੱਤਵਪੂਰਨ ਹੈ। ਭਾਰਤ ਦੇ ਬਹੁਤ ਸਾਰੇ ਲੋਕ ਇਸ ਇਲਾਕੇ ਵਿੱਚੋਂ ਨਿਕਲੇ ਇੱਕ ਉਤਪਾਦ ਨੂੰ ਬਹੁਤ ਪਸੰਦ ਕਰਦੇ ਹਨ ਜਿਸ ਵਿੱਚ ਔਰਤਾਂ ਦੀ ਗਿਣਤੀ ਸਭ ਤੋਂ ਵੱਧ ਹੁੰਦੀ ਹੈ। ਮੇਰਾ ਖਿਆਲ ਹੈ ਤੁਸੀਂ ਸਮਝ ਗਏ ਹੋਵੋਗੇ, ਇਸ ਦਾ ਨਾਮ ਹੈ ਕੁਲਾਰ। ਕੁਲਾਰ ਦੀਆਂ ਖਾਨਾਂ ਹਨ ਅਤੇ ਬੱਚਿਓ ਇੱਥੋਂ ਸੋਨੇ ਦਾ ਉਤਪਾਦਨ ਹੁੰਦਾ ਹੈ। ਸੋ ਸਾਰੇ ਲੋਕਾਂ ਨੂੰ ਸੋਨਾ ਬਹੁਤ ਪਸੰਦ ਹੈ ਔਰ ਇਹ ਮਹਿੰਗਾ ਵੀ ਬੜਾ ਹੈ। ਸੋ ਇਹ ਸੋਨਾ ਉਤਪਾਦਕ ਜੋ ਹੈ ਖੇਤਰ ਹੈ ਔਰ ਬੱਚਿਓ ਇਸ ਰਾਜ ਦਾ ਨਾਮ ਹੈ ਕਰਨਾਟਕਾ। ਇਸ ਤੋਂ ਬਾਅਦ ਅਸੀਂ ਤਰਲ ਸੋਨੇ ਦੀ ਗੱਲ ਕਰਦੇ ਹਾਂ। ਇਹ ਜੋ ਨਿਸ਼ਾਨ ਮੈਂ ਲਗਾਇਆ ਹੈ ਬੱਚਿਓ ਮੇਰਾ ਖਿਆਲ ਹੈ ਤੁਸੀਂ ਸਮਝ ਗਏ ਹੋਵੋਗੇ, ਇਸ ਨੂੰ ਮੁੰਬਈ ਹਾਈ ਵੀ ਕਿਹਾ ਜਾਂਦਾ ਹੈ। ਇੱਥੇ ਤੇਲ ਦੀ ਜੋ ਹੈ ਉਹ ਰਿਫਾਈਨਰੀ ਹੈ, ਇੱਥੇ ਤੇਲ ਸਾਫ਼ ਕੀਤਾ ਜਾਂਦਾ ਹੈ, ਤੇਲ ਕੱਢਿਆ ਵੀ ਜਾਂਦਾ ਹੈ। ਇਹ ਮਹਾਰਾਸ਼ਟਰ ਦੇ ਵਿੱਚ ਹੋਣ ਕਾਰਨ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਇੱਕ ਤਾਂ ਇੱਥੇ ਕਾਲੀ ਮਿੱਟੀ ਹੈ, ਦੂਸਰਾ ਇੱਥੇ ਤੇਲ ਵੀ ਨਿਕਲਦਾ ਹੈ। ਸੋ ਇਹ ਕਾਫੀ ਜੋ ਹੈ ਇਹਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਦਾ ਹੈ। ਔਰ ਦੂਸਰੀ ਰਿਫਾਈਨਰੀ ਦੀ ਗੱਲ ਕਰਾਂ ਤਾਂ ਅਸਾਮ ਦੇ ਵਿੱਚ ਜੇ ਤੁਸੀਂ ਇੱਥੇ ਦੇਖੋਗੇ ਡਿਗਬੋਈ ਨਾਂ ਦਾ ਸਥਾਨ ਹੈ, ਇੱਥੇ ਵੀ ਜੋ ਹੈ ਤੇਲ ਦੀ ਰਿਫਾਈਨਰੀ ਲੱਗੀ ਹੋਈ ਹੈ। ਸੋ ਬੱਚਿਓ ਲਓ ਜੀ ਇਹ ਪੈਟਰੋਲੀਅਮ ਦੇ ਸਾਡੇ ਕੁਝ ਸਥਾਨ ਸਨ। ਸੋ ਬੱਚਿਓ ਇਸ ਤਰ੍ਹਾਂ ਆਪਾਂ ਜੇ ਮੈਪ ਨੂੰ ਥੋੜਾ ਥੋੜਾ ਪੜ੍ਹ ਲਈਏ ਤਾਂ ਮੈਪ ਜੋ ਹੈ ਉਹ 5 ਨੰਬਰ ਦਾ ਕਦੀ ਨਹੀਂ ਹੁੰਦਾ। ਬਹੁਤ ਸਾਰੇ ਬੱਚਿਆਂ ਦੇ ਮਨਾਂ ਵਿੱਚ ਇੱਕ ਧਾਰਨਾ ਬਣ ਚੁੱਕੀ ਹੈ, ਕੁਝ ਅਧਿਆਪਕ ਵੀ ਇਸ ਤਰ੍ਹਾਂ ਸੋਚਦੇ ਹਨ ਕਿ ਜੋ ਮੈਪ ਹੈ ਉਹ ਸਿਰਫ 5 ਨੰਬਰ ਦਾ ਹੁੰਦਾ ਹੈ, ਪਰ ਮੈਂ ਉਹਨਾਂ ਦੀ ਇਸ ਗੱਲ ਨਾਲ ਸਹਿਮਤ ਨਹੀਂ ਹਾਂ। ਮੈਂ ਧੰਨਵਾਦੀ ਹਾਂ ਪੰਜਾਬ ਦੇ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਸਿੱਖਿਆ ਦਿੱਤੀ। ਇਹ ਮੈਂ ਉਹਨਾਂ ਕੋਲੋਂ ਸਿੱਖਿਆ ਹੈ ਕਿ ਜੇਕਰ ਬੱਚਾ ਮੈਪ ਦੇ ਨਾਲ ਕੰਮ ਕਰੇ ਤਾਂ ਉਹ ਬਹੁਤ ਕੁਝ ਗ੍ਰਹਿਣ ਕਰ ਸਕਦਾ ਹੈ। ਸੋ ਮੈਂ ਵੀ ਮੈਪ ਦੇ ਉੱਪਰ ਕੰਮ ਕਰਕੇ ਅੱਜ ਕੁਝ ਨਾ ਕੁਝ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਅਤੇ ਇਹ ਲਰਨਿੰਗ ਬਾਏ ਡੂਇੰਗ ਹੈ। ਬੱਚਿਓ ਜੇ ਤੁਸੀਂ ਮੈਪ ਨੂੰ 1 ਵਾਰ 2 ਵਾਰ 3 ਵਾਰ ਭਰ ਲਵੋ ਤਾਂ ਤੁਹਾਨੂੰ ਅੱਧੀ ਕਿਤਾਬ ਵੈਸੇ ਹੀ ਆ ਜਾਂਦੀ ਹੈ। ਇਸ ਤੋਂ ਬਾਅਦ ਬੱਚਿਓ ਆਪਾਂ ਅਗਲੇ ਮੈਪ ਵਿੱਚ ਕੀ ਦੇਖਦੇ ਹਾਂ, ਇਹ ਜੋ ਖੇਤਰ ਹੈ ਜਿਸ ਨੂੰ ਅਸੀਂ ਦੇਖ ਰਹੇ ਹਾਂ ਇਹ ਖੇਤਰ ਵੀ ਭਾਰਤ ਦਾ ਮਹੱਤਵਪੂਰਨ ਖੇਤਰ ਹੈ। ਇਸ ਵਿੱਚੋਂ ਬਹੁਤ ਸਾਰੇ ਇਲਾਕੇ ਨੂੰ ਛੋਟਾ ਨਾਗਪੁਰ ਦਾ ਪਠਾਰ ਕਿਹਾ ਜਾਂਦਾ ਹੈ। ਔਰ ਬੱਚਿਓ ਇਸ ਖੇਤਰ ਦੇ ਵਿੱਚ ਜਿਵੇਂ ਹੁਣ ਇਹ ਰਾਜ ਹਨ, ਝਾਰਖੰਡ ਹੈ, ਇਹ ਛੱਤੀਸਗੜ੍ਹ ਹੈ, ਉੜੀਸਾ ਹੈ, ਆਂਧਰਾ ਪ੍ਰਦੇਸ਼ ਹੈ ਤੇ ਤੇਲੰਗਾਨਾ ਹੈ। ਇਹ ਬੱਚਿਓ ਲੋਹਾ ਉਤਪਾਦਕ ਰਾਜ ਹਨ। ਇੱਥੇ ਲੋਹੇ ਦਾ ਉਤਪਾਦਨ ਕੀਤਾ ਜਾਂਦਾ ਹੈ, ਇੱਥੇ ਕੋਲੇ ਦਾ ਉਤਪਾਦਨ ਕੀਤਾ ਜਾਂਦਾ ਹੈ, ਤਾਂਬਾ, ਬਰਕ, ਮੈਗਨੀਜ਼, ਬਾਕਸਾਈਟ, ਮਤਲਬ ਬੱਚਿਓ ਸਾਰੇ ਖਣਿਜ ਪਦਾਰਥ ਜੋ ਹਨ ਉਹ ਇੱਥੇ ਪ੍ਰਾਪਤ ਹੁੰਦੇ ਹਨ। ਸੋ ਆਪਾਂ ਕੀ ਦੇਖਦੇ ਹਾਂ ਕਿ ਇਹ ਇੱਕ ਖਾਸ ਖੇਤਰ ਹੈ। ਤੁਸੀਂ ਪੇਪਰ ਦੇ ਵਿੱਚ ਇਹਨਾਂ ਵਿੱਚੋਂ ਕੋਈ ਵੀ ਆ ਜਾਵੇ ਤੁਸੀਂ ਇੱਥੇ ਜਿੱਥੇ ਮਰਜ਼ੀ ਤੁਸੀਂ ਨਿਸ਼ਾਨ ਲਗਾ ਸਕਦੇ ਹਾਂ। ਛੋਟਾ ਨਾਗਪੁਰ ਦਾ ਪਠਾਰ ਵੀ ਇਸ ਨੂੰ ਕਿਹਾ ਜਾਂਦਾ ਹੈ ਤੇ ਤਕਰੀਬਨ 100% ਜੋ ਹੈ ਖਣਿਜ ਪਦਾਰਥ ਉਹ ਇੱਥੇ ਪਾਏ ਜਾਂਦੇ ਹਨ। ਸੋ ਬੱਚਿਓ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ ਇਹ ਜੋ ਜੰਮੂ ਕਸ਼ਮੀਰ ਜੋ ਹੈ ਜਿਸ ਨੂੰ ਆਪਾਂ ਕਲਰ ਕਰ ਰਹੇ ਹਾਂ, ਅਸੀਂ ਕੀ ਦੇਖਦੇ ਹਾਂ ਕਿ ਇਹ ਜੋ ਸਾਰਾ ਖੇਤਰ ਹੈ ਪੀਲੇ ਰੰਗ ਵਾਲਾ ਜੋ ਜਿਸ ਨੂੰ ਅਸੀਂ ਦੇਖ ਰਹੇ ਹਾਂ
ਇਹ ਇਹਨਾਂ ਦੇ ਰਾਜਾਂ ਦੇ ਨਾਂ ਹਨ। ਇਹ ਸਾਰਾ ਪਰਬਤੀ ਮਿੱਟੀ ਜਾਂ ਪਰਬਤੀ ਬਨਸਪਤੀ, ਤੁਸੀਂ ਇਸ ਨੂੰ ਬਨਸਪਤੀ ਵੀ ਕਹਿ ਸਕਦੇ ਹੋ, ਇਹ ਉਸ ਦਾ ਨਿਸ਼ਾਨ ਹੈ। ਇਹ ਉਹ ਇਲਾਕਾ ਹੈ ਜਿੱਥੇ ਪਰਬਤੀ ਮਿੱਟੀ ਪਾਈ ਜਾਂਦੀ ਹੈ। ਔਰ ਬੱਚਿਓ, ਇਹ ਜੋ ਹੁਣ ਨਿਸ਼ਾਨ ਆ ਰਹੇ ਹਨ ਅਸਮਾਨੀ ਰੰਗ ਦੇ, ਇਹ ਭਾਰਤ ਵਿੱਚ ਡੈਲਟਾਈ ਮਿੱਟੀ ਜੋ ਹੈ ਇੱਥੇ ਪਾਈ ਜਾਂਦੀ ਹੈ। ਸੋ ਜਿੱਥੇ ਡੈਲਟਾਈ ਮਿੱਟੀ ਹੋਏਗੀ ਉੱਥੇ ਡੈਲਟਾਈ ਬਨਸਪਤੀ ਵੀ ਹੋਏਗੀ। ਸੋ ਬੱਚਿਓ, ਇਹ ਸੀ ਭਾਰਤ ਦੀ ਸੈਰ। ਸੋ ਮੈਂ ਅਖੀਰ ਵਿੱਚ ਆ ਕੇ ਕੁਝ ਜਲਦੀ ਆਪਣੇ ਇਸ ਸੈਸ਼ਨ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਤੁਹਾਨੂੰ ਅਖੀਰ ਵਿੱਚ ਇਹੀ ਰਿਕੁਐਸਟ ਕਰਨੀ ਹੈ ਕਿ ਬੱਚਿਓ, ਤੁਹਾਨੂੰ ਜਦੋਂ ਵੀ ਸਮਾਂ ਮਿਲਦਾ ਹੈ ਤੁਸੀਂ ਆਪਣੇ ਹੱਥ ਦੇ ਨਾਲ ਮੈਪਸ ਬਣਾਉਣੇ ਹਨ। ਜਿਵੇਂ ਤੁਸੀਂ ਮੈਪ ਬਣਾਉਂਦੇ ਗਏ, ਤੁਸੀਂ ਇਸ ਲਈ ਮੋਬਾਈਲ ਫੋਨ ਦਾ ਵੀ ਇਸਤੇਮਾਲ ਕਰ ਸਕਦੇ ਹੋ। ਮੋਬਾਈਲ ਫੋਨ ਤੋਂ ਲੋਕੇਸ਼ਨਾਂ ਬੜੇ ਆਰਾਮ ਨਾਲ ਲੱਭ ਜਾਂਦੀਆਂ ਹਨ। ਤੁਸੀਂ ਜਿਵੇਂ ਮੈਪ ਬਣਾਉਂਦੇ ਗਏ, ਤੁਹਾਨੂੰ ਸਮਝ ਲਓ ਕਿ ਵੱਧ ਤੋਂ ਵੱਧ ਗਿਆਨ ਦੀ ਪ੍ਰਾਪਤੀ ਹੁੰਦੀ ਗਈ। ਸੋ ਬੱਚਿਓ, ਮੈਪ ਭਰਨ ਦੇ ਨਾਲ ਜੋ ਪੇਪਰ ਵਿੱਚ 1 ਨੰਬਰ ਜਾਂ 3 ਨੰਬਰ ਵਾਲੇ ਜੋ ਪ੍ਰਸ਼ਨ ਆਉਣੇ ਹਨ ਉਹਨਾਂ ਨੂੰ ਯਾਦ ਕਰਨ ਦੀ ਵੀ ਲੋੜ ਨਹੀਂ ਪੈਂਦੀ, ਉਹ ਤੁਹਾਨੂੰ ਆਪਣੇ ਆਪ ਯਾਦ ਹੋ ਜਾਂਦੇ ਹਨ। ਸੋ ਬੱਚਿਓ, ਕਿਉਂਕਿ ਸਮਾਂ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੰਦਾ, ਸੋ ਮੈਂ ਬਸ ਇੱਥੇ ਤੱਕ ਹੀ ਤੁਹਾਡਾ ਸਾਰਿਆਂ ਦਾ ਧੰਨਵਾਦੀ ਹਾਂ। ਅਖੀਰ ਵਿੱਚ ਫਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਦਵਿੰਦਰ ਸ਼ਰਮਾ, ਸਮਾਜਿਕ ਵਿਗਿਆਨ ਅਧਿਆਪਕ, ਕਪੂਰਥਲਾ ਤੋਂ। ਥੈਂਕ ਯੂ ਬੱਚਿਓ। ਗੁੱਡ ਲੱਕ ਬੱਚਿਓ।